ਪਿਛਲੇ ਕਈ ਸਾਲਾਂ ਤੋਂ ਅਸੀਂ ਇਹ ਸੁਣਦੇ ਆ ਰਹੇ ਹਾਂ ਈਵਨ ਦੈਨ ਜਿਹੜੇ ਸਾਡੇ ਚੁਣਾਵ ਅਧਿਕਾਰੀ ਸੀ ਤੁਸੀਂ ਜਦੋਂ ਪੇਪਰ ਭਰਨ ਗਏ ਉਹਨਾਂ ਨੇ ਵੀ ਬੜਾ ਮਜ਼ਾਕੀਏ ਤੌਰ ਤੇ ਇੱਕ ਤਰ੍ਹਾਂ ਦਾ ਕਿਹਾ ਸੀਗਾ ਕਿ ਇਹ ਉਹ ਐਸੋਸੀਏਸ਼ਨ ਹੈ ਹਰ ਬੰਦਾ ਆ ਕੇ ਕਹਿੰਦਾ ਮੇਰੇ ਕੋਲ ਇਹ ਹੈ ਮੇਰੇ ਕੋਲ ਉਹ ਹੈ ਮੇਰੇ ਕੋਲ ਮਰਸੀਡੀਜ਼ ਹੈ ਮੇਰੇ ਕੋਲ ਇਸ ਇਲਾਕੇ 'ਚ ਕੋਠੀ ਹੈ ਮੈਂ ਇੰਨੀਆਂ ਫੈਕਟਰੀਆਂ ਦਾ ਮਾਲਕ ਹੈ ਇਹੋ ਜਿਹੀ ਜਗ੍ਹਾ ਤੇ ਤੁਸੀਂ ਨਵਾਂ ਫਾਈਨਾਂਸ ਕਿੱਥੋਂ ਜਨਰੇਟ ਕਰੋਗੇ? ਦੇਖੋ ਜੀ ਮੈਂ ਇੱਕ ਨਵੀਂ ਸੋਚ ਨਵੀਂ ਸਟ੍ਰੈਟਜੀ ਲੈ ਕੇ ਆਇਆ ਜਿਹਦੇ ਵਿੱਚ ਮੇਰੇ ਕੋਲ ਐਂਪਲ ਆਈਡੀਆਜ਼ ਨੇ ਫੰਡ ਜਨਰੇਸ਼ਨ ਦੇ। ਜੇ ਇਹ ਸਮੁੱਚੀ ਟੀਮ ਸਹੀ ਢੰਗ ਨਾਲ ਕੰਮ ਕਰੇਗੀ ਤੇ ਸਬਸਕ੍ਰਿਪਸ਼ਨ ਦੇਣ ਨੂੰ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਲੋਕ ਜਿਹੜੇ ਮੈਂਬਰ ਹੈ ਉਹ ਇਸ ਲਈ ਨਹੀਂ ਸਬਸਕ੍ਰਿਪਸ਼ਨ ਐਨੂਅਲ ਦਿੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ UCPMA 'ਚ ਜਿਹੜਾ ਜੋ ਵੀ XYZ ਅਮਾਊਂਟ ਹੈ ਸਬਸਕ੍ਰਿਪਸ਼ਨ ਐਨੂਅਲ ਦੇਣ ਤੋਂ ਬਾਅਦ ਵੀ ਫਾਇਦਾ ਨਹੀਂ ਹੈ, ਸੋ ਇਸ ਲਈ ਨਹੀਂ ਦੇ ਰਹੇ ਸੀਗੇ। ਸਰ ਬਿਲਕੁਲ ਮੈਂ ਇਸ ਗੱਲ ਨੂੰ ਮੰਨਦਾ ਜੀ। ਦੇਖੋ ਇਸ ਗੱਲ ਦੀ ਇੱਕ ਮਿਸਾਲ ਆਵ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ 2400 ਮੈਂਬਰ ਸੀਗੇ ਸਾਡੀ ਐਸੋਸੀਏਸ਼ਨ 'ਚ ਜੋ ਘਟ ਕੇ 1800 ਰਹਿ ਗਏ। ਸਰ ਹਰ ਵਾਰੀ ਪਿਛਲੇ ਜਿੰਨੇ ਮੇਰੇ ਖਿਆਲ 15 ਸਾਲ ਤਾਂ ਮੈਨੂੰ ਹੀ ਕਵਰੇਜ ਕਰਦੇ ਹੋ ਗਏ ਯੂਨਾਈਟਿਡ ਸਾਈਕਲ ਪਾਰਟ ਦੇ, ਜਿਹੜਾ ਪ੍ਰਧਾਨ ਬੰਦਾ ਹੈ ਉਹ ਚੱਕ ਕੇ ਹੀ ਕਹਿ ਦਿੰਦਾ ਸਰਕਾਰ ਨੇ ਸਾਨੂੰ ਫੰਡ ਨਹੀਂ ਦਿੱਤਾ, ਟੈਕਨੋਲੋਜੀ ਅਪਗ੍ਰੇਡੇਸ਼ਨ ਫੰਡ ਨਹੀਂ ਮਿਲਿਆ। 1.5 ਕਰੋੜ ਸਾਈਕਲ ਬਣਾਉਂਦੀ ਸੀ ਅੱਜ 1 ਕਰੋੜ 70 ਬਣਾਉਂਦੀ ਹੋਗੀ, ਉਹ ਵੀ ਪਤਾ ਨਹੀਂ ਬਣਾਉਂਦੀ ਹੈ ਕਿ ਨਹੀਂ ਬਣਾਉਂਦੀ। 1.5 ਕਰੋੜ ਤੇ ਹੀ ਹੋਵੇ, ਆਪਣੀ ਇੱਜ਼ਤ ਬਚਾਉਣ ਲਈ ਨਾ 170 ਕਹਿੰਦੇ ਹੋ। ਨਹੀਂ ਸਰ ਇੱਦਾਂ ਦੀ ਕੋਈ ਗੱਲ ਨਹੀਂ, 170 ਤੇ ਅਸੀਂ ਪਹੁੰਚ ਗਏ ਹਾਂ ਪਰ 170 ਵੀ ਕੋਈ ਫਿਗਰ ਨਹੀਂ ਹੈ। ਮੈਂ ਇਹਨੂੰ ਬੜਾ ਹੀ ਡਾਊਨ ਤੱਕ ਪਹੁੰਚ ਗਿਆ ਉਹ ਦੱਸ ਦਿਓ ਨਾ। 5 ਕਰੋੜ ਤੋਂ 20 ਕਰੋੜ ਸਰ ਤੁਹਾਨੂੰ ਪਤਾ ਹੀ ਹੈ 5 ਕਰੋੜ ਤੋਂ 20 ਕਰੋੜ ਤੇ ਆ ਗਏ ਅਸੀਂ 1.5 ਤੋਂ 170 ਜਦੋਂ ਅਸੀਂ ਕਹਿ ਰਹੇ ਹੋ। ਦੇਖੋ ਆ ਇੱਕ ਬੜਾ ਡਾਊਨਫਾਲ ਹੈ ਸਾਡੇ ਲਈ। ਮੈਂ ਅਪੀਲ ਕਰੂੰਗਾ ਮੈਂਬਰਸ ਨੂੰ ਕਿ ਅਗਰ ਕਿਸੇ ਨੂੰ ਵੀ ਐਵਰੀ ਮੰਥ, ਮੈਂ 24 ਮਹੀਨੇ ਬਾਅਦ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਅਮੂਮਨ ਮੈਂ ਐਵਰੀ ਮੰਥ ਉਹਨਾਂ ਦੇ ਸਾਹਮਣੇ ਰੱਖੂੰਗਾ ਔਰ ਉਹਨਾਂ ਨੂੰ ਪੁੱਛੂੰਗਾ ਜੀ ਜੇ ਇਹ 'ਚ ਤੁਹਾਨੂੰ ਕੋਈ ਵੀ ਡਾਊਟ ਹੈ ਕੋਈ ਵੀ ਪ੍ਰੋਬਲਮ ਹੈ ਸਾਹਮਣੇ ਆ ਕੇ ਗੱਲ ਕਰੋ। ਕਿਉਂਕਿ ਸੰਦੀਪ ਜੀ ਇਹ ਬੜੀ ਕਲੀਅਰ ਗੱਲ ਹੈ, ਆ ਲੋਕਾਂ ਦਾ ਪੈਸਾ ਹੈ ਔਰ ਲੋਕਾਂ ਦਾ ਪੈਸਾ ਲੋਕਾਂ ਦੇ ਸਾਹਮਣੇ ਟ੍ਰਾਂਸਪੇਰੈਂਸੀ ਨਾਲ ਖਰਚ ਹੋਏਗਾ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहा तो अज का जिहड़ा साडा मुद्दा है टॉपिक है वो यूनाइटेड साइकिल पार्ट्स। जी हाँ, यूनाइटेड साइकिल पार्ट्स के इलैक्शनां का जिहड़ा कि बिगुल वजिया होया है। डे बाय डे ਜਿਹੜੇ ਅਲੱਗ-ਅਲੱਗ ਗਰੁੱਪ ਹੈਗੇ ਆ ਦੋਨੋਂ ਉਹਨਾਂ ਦੇ ਮੈਂਬਰ ਆਪਣੇ ਆਪਣੇ ਲੈਵਲ ਤੇ ਔਰ ਗਰੁੱਪ ਦੇ ਵਿੱਚ ਟੀਮ ਦੇ ਵਿੱਚ ਇੱਕ ਚੁਣਾਵ ਪ੍ਰਚਾਰ ਤੇ ਲੱਗੇ ਆ। ਇਸ ਸਾਰੇ ਪ੍ਰਚਾਰ ਦੇ ਵਿੱਚ ਅਸੀਂ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਯੂਨਾਈਟਿਡ ਫਰੰਟ। ਜੀ ਹਾਂ, ਯੂਨਾਈਟਿਡ ਫਰੰਟ ਜਿਹੜਾ ਕਿ ਇਸ ਵਾਰੀ ਤੀਸਰਾ ਫਰੰਟ ਆਇਆ ਸੀ UCPMA 'ਚ, ਪਰ ਉਹਨਾਂ ਨੇ DS ਚਾਵਲਾ ਗਰੁੱਪ ਨਾਲ ਮਿਲ ਕੇ ਇੱਕ ਜਿਹੜਾ ਹੈ ਯੂਨਾਈਟਿਡ ਫਰੰਟ ਗਰੁੱਪ ਦਾ ਗਠਨ ਕੀਤਾ ਔਰ ਉਹਦੇ ਉਹਨਾਂ ਨੇ ਕੈਂਡੀਡੇਟ ਜਿਹੜੇ ਫਾਈਨਾਂਸ ਦੇ ਲਈ ਲੈ ਕੇ ਆਏ ਸੀ ਯੰਗ ਡਾਇਨਾਮਿਕ ਵਰੁਣ ਕਪੂਰ ਜੀ। ਸੋ ਗੱਲਬਾਤ ਕਰਦੇ ਹਾਂ। ਵਰੁਣ ਕਪੂਰ ਜੀ, ਤੁਸੀਂ ਫਾਈਨਾਂਸ ਸੈਕਟਰੀ ਐਜ਼ ਏ ਜੋ ਸਾਨੂੰ ਪਤਾ ਲੱਗਿਆ ਲਈ ਖੜੇ ਹੋ ਰਹੇ ਹੋ DS ਚਾਵਲਾ ਗਰੁੱਪ ਦੇ ਨਾਲ। ਸੋ ਲੋਕੀ ਕਹਿ ਰਹੇ ਯੂਨਾਈਟਿਡ ਫਰੰਟ, ਪਰ ਹਾਲਾਤ ਯੂਨਾਈਟਿਡ ਘੱਟ ਨਜ਼ਰ ਆ ਰਹੇ ਸਾਈਕਲ ਪਾਰਟਸ ਐਸੋਸੀਏਸ਼ਨ 'ਚ। ਕਿੱਦਾਂ ਯੂਨਾਈਟਿਡ ਵੀ ਰੱਖੋਗੇ, ਆਪਣੇ ਨਾਮ ਦੀ ਗਰਿਮਾ ਹੀ ਰੱਖ ਪਾਓਗੇ? ਨਮਸਕਾਰ ਸੰਦੀਪ ਜੀ, ਪਹਿਲਾਂ ਤਾਂ ਸਾਰੇ ਮੈਂਬਰਸ ਨੂੰ ਮੇਰੇ ਵੱਲੋਂ ਨਮਸਤੇ, ਸਤਿ ਸ਼੍ਰੀ ਅਕਾਲ। ਸਰ ਦੇਖੋ ਯੂਨਾਈਟਿਡ ਰੱਖਣਾ ਤਾਂ ਸਾਡੇ ਯੂਥ ਦਾ ਪਹਿਲਾ ਹੀ ਮੁੱਦਾ ਹੁੰਦਾ ਹੈ। ਅਸੀਂ ਜੋ ਯੂਥ ਅੱਗੇ ਆਉਣਾ ਚਾਹੁੰਦੇ ਹਾਂ, ਤੁਹਾਨੂੰ ਪਤਾ ਹੈ ਹੁਣ ਅੱਜ ਦੀ ਡੇਟ ਦੇ ਵਿੱਚ ਯੂਥ ਨੂੰ ਮੌਕਾ ਇਸ ਪਲੇਟਫਾਰਮ 'ਤੇ ਬਹੁਤ ਘੱਟ ਮਿਲਿਆ ਹੈ। ਅਸੀਂ ਸਾਰੇ ਨੇ ਯੂਨਾਈਟਿਡ ਫਰੰਟ ਨੇ ਇੱਕ ਉਪਰਾਲਾ ਕੀਤਾ ਹੈ ਕਿ ਸਾਡੇ ਵੱਲੋਂ ਇੱਕ ਯੂਥ ਕੈਂਡੀਡੇਟ ਵਿੱਚ ਆਏ ਜਿਹਦੀ ਡਿਊਟੀ ਮੈਨੂੰ ਦਿੱਤੀ ਗਈ ਹੈ ਔਰ ਮੈਂ ਅਸ਼ੋਰ ਕਰਦਾ ਜੀ ਕਿ ਅਸੀਂ ਸਾਰੇ ਯੂਨਾਈਟਿਡ ਹੋ ਕੇ ਹੀ ਚੱਲਾਂਗੇ। ਔਰ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਫਾਈਨਾਂਸ ਦੀ ਜ਼ਿੰਮੇਵਾਰੀ ਮੇਰੀ ਸੀਟ ਨੇ ਮੇਰੀ ਟੀਮ ਨੇ ਮੈਨੂੰ ਦਿੱਤੀ ਹੈ ਔਰ ਕੋਈ ਵੀ ਇੰਸਟੀਟਿਊਸ਼ਨ ਘਰ ਜਾਂ ਫੈਕਟਰੀ ਦੀ ਨੀਂਹ ਪੱਥਰ ਇੱਕ ਫਾਈਨਾਂਸ ਹੀ ਹੁੰਦਾ ਹੈ ਤੇ ਫਾਈਨਾਂਸ ਤੋਂ ਸ਼ੁਰੂਆਤ ਹੁੰਦੀ ਹੈ, ਫਾਈਨਾਂਸ ਤੋਂ ਸਾਰਾ ਕੁਝ ਹੁੰਦਾ ਹੈ ਔਰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਜੀ ਮੈਂ ਜਸਟੀਫਾਈ ਕਰਾਂ ਆਪਣੇ ਸਾਰੇ ਕੰਮਾਂ ਨੂੰ। ਸਰ ਮੈਂ ਗੱਲਬਾਤ ਕਰਾਂ ਤੇ ਤਜਰਬਾ ਤੁਹਾਨੂੰ ਵੀ ਇਹ ਨਹੀਂ ਹੋਊਗਾ, ਹੈਰਾਨੀ ਨਹੀਂ ਹੋਊਗੀ। ਪਿਛਲੇ ਕਈ ਸਾਲਾਂ ਤੋਂ ਅਸੀਂ ਇਹ ਸੁਣਦੇ ਆ ਰਹੇ ਹਾਂ ਈਵਨ ਦੈਨ ਜਿਹੜੇ ਸਾਡੇ ਚੁਣਾਵ ਅਧਿਕਾਰੀ ਸੀ ਤੁਸੀਂ ਜਦੋਂ ਪੇਪਰ ਭਰਨ ਗਏ ਉਹਨਾਂ ਨੇ ਵੀ ਬੜਾ ਮਜ਼ਾਕੀਏ ਤੌਰ ਤੇ ਇੱਕ ਤਰ੍ਹਾਂ ਦਾ ਕਿਹਾ ਸੀਗਾ ਕਿ ਇਹ ਉਹ ਐਸੋਸੀਏਸ਼ਨ ਹੈ ਹਰ ਬੰਦਾ ਆ ਕੇ ਕਹਿੰਦਾ ਮੇਰੇ ਕੋਲ ਇਹ ਹੈ ਮੇਰੇ ਕੋਲ ਉਹ ਹੈ ਮੇਰੇ ਕੋਲ ਮਰਸੀਡੀਜ਼ ਹੈ ਮੇਰੇ ਕੋਲ ਇਸ ਇਲਾਕੇ 'ਚ ਕੋਠੀ ਹੈ ਮੈਂ ਇੰਨੀਆਂ ਫੈਕਟਰੀਆਂ ਦਾ ਮਾਲਕ ਹੈ। ਪਰ ਜਦੋਂ ਇਲੈਕਸ਼ਨ ਦੀ ਫੀਸ ਦੇਣੀ ਹੁੰਦੀ, ਇਲੈਕਸ਼ਨ ਦੀ ਨਹੀਂ ਆਪਣੀ ਐਨੂਅਲ ਫੀਸ ਦੇਣੀ ਹੁੰਦੀ ਹੈ ਤੇ ਉਹ ਕਹਿੰਦਾ ਨਹੀਂ ਨਹੀਂ ਅਸੀਂ ਕਿੱਥੋਂ ਦੇਵਾਂਗੇ। ਫਿਰ ਇਹੋ ਜਿਹੀ ਜਗ੍ਹਾ ਤੇ ਤੁਸੀਂ ਨਵਾਂ ਫਾਈਨਾਂਸ ਕਿੱਥੋਂ ਜਨਰੇਟ ਕਰੋਗੇ? ਸਰ ਦੇਖੋ ਹਰ ਇਨਸਾਨ ਦੀ ਨਾ ਇੱਕ ਸੋਚ ਹੁੰਦੀ ਹੈ ਕਿ ਜੇ ਮੈਂ ਕਿੱਥੇ ਵੀ ਪੈਸੇ ਕੰਟਰੀਬਿਊਟ ਕਰਾਂ ਤੇ ਮੈਨੂੰ ਉਹਦਾ ਕੁਛ ਨਾ ਕੁਛ ਵਾਪਸੀ ਇੱਕ ਰਿਜ਼ਲਟ ਮਿਲੇ। ਸਾਡੇ ਮੈਂਬਰਸ ਵੀ ਇੱਥੇ ਜੁੜੇ ਨੇ, ਆਪਣੇ ਕੰਮਾਂ ਲਈ ਜੁੜੇ ਨੇ, ਸਾਰੇ ਇਕੱਠੇ ਹੋ ਕੇ। ਐਸੋਸੀਏਸ਼ਨ ਦਾ ਮਕਸਦ ਹੀ ਆਹੀ ਹੁੰਦਾ ਕਿ ਲੋਕਾਂ ਦੇ ਕੰਮ ਪੂਰੇ ਹੋਣ। ਸ਼ਾਇਦ ਉਸ ਕੰਮ ਦੀ ਕਮੀ ਕਰਕੇ ਲੋਕੀ ਸਾਡੇ ਨਾਲ ਖਫਾ ਨੇ, ਜਿਹਦੇ ਕਰਕੇ ਤੁਸੀਂ ਮੈਂਬਰਸ ਦਾ ਆਪਣਾ ਡਾਊਨਫਾਲ ਵੀ ਦੇਖ ਰਹੇ ਹੋ
ਔਰ ਦੇਖੋ ਜੀ ਮੈਂ ਇੱਕ ਨਵੀਂ ਸੋਚ ਨਵੀਂ ਸਟ੍ਰੈਟਜੀ ਲੈ ਕੇ ਆਇਆ ਜਿਹਦੇ ਵਿੱਚ ਮੇਰੇ ਕੋਲ ਐਂਪਲ ਆਈਡੀਆਜ਼ ਨੇ ਫੰਡ ਜਨਰੇਸ਼ਨ ਦੇ ਔਰ ਮੈਨੂੰ ਉਮੀਦ ਹੈ ਕਿ ਬਹੁਤ ਲੋਕੀ ਸਾਡੇ ਨਾਲ ਜੁੜ ਕੇ ਔਰ ਇੱਥੇ ਮਤਲਬ ਸਬਸਕ੍ਰਿਪਸ਼ਨ ਦੇਣ ਦੀ ਕਿਸੇ ਨੂੰ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਸਿਰਫ ਆਪਣੇ ਕੰਮ ਕਰਵਾਉਣ ਦੀ ਹੈ ਜੇ ਇਹ ਸਮੁੱਚੀ ਟੀਮ ਸਹੀ ਢੰਗ ਨਾਲ ਕੰਮ ਕਰੇਗੀ ਤੇ ਸਬਸਕ੍ਰਿਪਸ਼ਨ ਦੇਣ ਨੂੰ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਲੋਕ ਜਿਹੜੇ ਮੈਂਬਰ ਹੈ ਉਹ ਇਸ ਲਈ ਨਹੀਂ ਸਬਸਕ੍ਰਿਪਸ਼ਨ ਐਨੂਅਲ ਦਿੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ UCPMA 'ਚ ਜਿਹੜਾ ਜੋ ਵੀ XYZ ਅਮਾਊਂਟ ਹੈ ਸਬਸਕ੍ਰਿਪਸ਼ਨ ਐਨੂਅਲ ਦੇਣ ਤੋਂ ਬਾਅਦ ਵੀ ਫਾਇਦਾ ਨਹੀਂ ਹੈ ਸੋ ਇਸ ਲਈ ਨਹੀਂ ਦੇ ਰਹੇ ਸੀਗੇ ਸਰ ਬਿਲਕੁਲ ਮੈਂ ਇਸ ਗੱਲ ਨੂੰ ਮੰਨਦਾ ਜੀ ਦੇਖੋ ਇਸ ਗੱਲ ਦੀ ਇੱਕ ਮਿਸਾਲ ਆਵ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ 2400 ਮੈਂਬਰ ਸੀਗੇ ਸਾਡੀ ਐਸੋਸੀਏਸ਼ਨ 'ਚ ਜੋ ਘਟ ਕੇ 1800 ਰਹਿ ਗਏ ਔਰ ਸੰਦੀਪ ਜੀ ਅਗਰ ਮੈਂ ਗਲਤ ਨਹੀਂ ਹਾਂ ਤੇ ਪਿਛਲੇ 20 ਸਾਲਾਂ ਦੇ ਵਿੱਚ ਇਹ ਗ੍ਰਾਫ ਥੱਲੇ ਆਇਆ ਤੇ ਜੇ ਮੈਂ ਗਲਤ ਨਹੀਂ ਹਾਂ ਤੇ ਜੀ ਸਾਡੇ ਨੰਬਰ ਆਫ ਫੈਕਟਰੀਜ਼ ਇਹਦੇ ਨਾਲੋਂ 5 ਗੁਣਾ ਹੋ ਗਈਆਂ ਕਿ ਵੀ 2 ਭਰਾ ਸੀਗੇ ਉਹ ਮਤਲਬ ਉਹਨਾਂ ਦੀ ਅੱਡ ਫੈਕਟਰੀਆਂ ਹੋ ਗਏ ਫੈਮਿਲੀ ਐਕਸਪੈਂਸ਼ਨਸ ਹੋ ਗਈ ਕੋਈ ਲੋਕਾਂ ਨੇ ਦੋਸਤਾਂ ਨੇ ਮਿਲ ਕੇ ਲਾ ਲਈਆਂ ਤੇ ਇੱਦਾਂ ਤਾਂ ਸਾਡੇ ਕੋਲ 5000 ਮੈਂਬਰ ਹੋਣੇ ਚਾਹੀਦੇ ਸੀਗੇ ਬਟ ਅੱਜ ਸਾਡੇ ਕੋਲ ਆਪਣਾ 1800 ਦੇ ਕਰੀਬ ਰਹਿ ਗਿਆ 1800 'ਚ ਵੀ 1686 ਨੇ ਸਬਸਕ੍ਰਿਪਸ਼ਨ ਦਿੱਤੀ ਹੈ ਕੁਝ ਤਾਂ ਕਮੀ ਹੋਏਗੀ ਜੀ ਸੋ ਫਿਰ ਕੀ ਕਰੋਗੇ ਕੀ ਤੁਹਾਡੀ ਸਟ੍ਰੈਟਜੀ ਹੈ ਸਰ ਦੇਖੋ ਸਟ੍ਰੈਟਜੀਜ਼ ਤਾਂ ਬਹੁਤ ਨੇ ਇੱਕ ਨਵੀਂ ਸੋਚ ਨਾਲ ਆਇਆ ਸਭ ਤੋਂ ਪਹਿਲਾਂ ਤਾਂ ਇੰਡਸਟਰੀ ਦੀ ਡਿਵੈਲਪਮੈਂਟ ਦੀ ਸੋਚ ਹੈ ਜਿਹਦੀ ਸ਼ੁਰੂਆਤ ਹੀ ਫਾਈਨੈਂਸ ਤੋਂ ਹੋਣੀ ਹੈ ਠੀਕ ਹੈ ਨਾ ਜਦੋਂ ਅਸੀਂ ਲੋਕਾਂ ਨੂੰ ਫੈਸਿਲਿਟੀਜ਼ ਦੇਵਾਂਗੇ ਜਿੱਦਾਂ ਕਿ ਇੱਕ ਮਾਈਕਰੋ ਕਲਸਟਰ ਬਣਾਉਣ ਦੀ ਮੇਰੀ ਸੋਚ ਹੈ ਕਿ ਤੁਸੀਂ ਦੇਖਦੇ ਹੋ ਜੀ ਹੁਣ ਆਪਣਾ ਟੈਕਨੋਲੋਜੀ ਬਾਈਸਾਈਕਲ ਇੰਡਸਟਰੀ ਬਹੁਤ ਜ਼ਿਆਦਾ ਐਡਵਾਂਸ ਹੋ ਗਈ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਹਰ ਇੱਕ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਪਰ ਉਹ ਅਪਗ੍ਰੇਡੇਸ਼ਨ ਕਾਸਟ ਇਜ਼ ਵੈਰੀ ਹਾਈ ਸੋ ਮੈਂ ਇਹ ਸੋਚਦਾ ਕਿ ਆਪਾਂ ਨੂੰ 10 ਘਰਾਣੇ 20 ਘਰਾਣੇ ਜਿੱਦਾਂ ਕੋਈ ਵੀ ਇੱਕ ਆਈਟਮ ਹੈ ਬਾਈਸਾਈਕਲ ਫੋਕ ਹੈ ਮਡਗਾਰਡ ਹੈ ਕੁਝ ਵੀ ਹੈ ਜਿਹਦੇ ਵਿੱਚ ਟੈਕਨੋਲੋਜੀ ਅਪਗ੍ਰੇਡੇਸ਼ਨ ਦੀ ਲੋੜ ਹੈ ਉਹਦੇ ਵਿੱਚ ਮਾਈਕਰੋ ਕਲਸਟਰ ਬਣਾ ਕੇ ਕਿੱਥੇ ਕਿਸੇ ਨੇ 100 ਰੁਪਏ ਖੁਦ ਖਰਚਨੇ ਉਹ 10-10 ਰੁਪਏ ਪਵਾ ਕੇ ਆਪੇ ਕਲਸਟਰ ਤੋਂ ਇਕੱਠਾ ਕੰਮ ਕਰਵਾ ਸਕਦੇ ਹਾਂ ਜਿਹਦੇ ਵਿੱਚ ਟੈਕਨੋਲੋਜੀ ਅਪਗ੍ਰੇਡ ਕਰਕੇ ਉਹ ਸਾਰਿਆਂ ਦੇ ਕੰਮ ਆਏ ਔਰ ਸਾਡੀ ਐਸੋਸੀਏਸ਼ਨ ਦਾ ਵੀ ਕੁਝ ਫਾਇਦਾ ਹੋਏ ਉਹ 'ਚ ਐਂਡ ਪਲੱਸ ਦੇਖੋ ਸਾਨੂੰ ਜਦੋਂ ਅਸੀਂ ਇੱਦਾਂ ਦੇ ਕੰਮ ਸ਼ੁਰੂ ਕਰ ਦਾਂਗੇ ਜਿਹਦੇ ਵਿੱਚ ਇੰਡਸਟਰੀ ਅਪਗ੍ਰੇਡ ਹੋਏਗੀ ਲੋਕੀ ਆਪਣੇ ਆਪ ਜੁੜਨਗੇ ਸਾਡੇ ਨਾਲ ਪਰ ਸਰ ਇੱਕ ਗੱਲ ਕਹਾਂਗਾ ਵਰੁਣ ਕਪੂਰ ਜੀ ਜਿਹੜੀ ਇੰਡਸਟਰੀ ਤੁਸੀਂ ਛੋਟੇ ਮਾਈਕਰੋ ਕਲਸਟਰ ਬਣਾਉਣ ਦੀ ਗੱਲ ਕਰ ਰਹੇ ਹੋ ਇੱਥੇ ਤਾਂ ਅਸੀਂ ਇੰਡਸਟਰੀ ਨੂੰ ਆਪਸ 'ਚ ਲੜਦੇ ਦੇਖ ਰਹੇ ਹਾਂ ਹੁਣ ਤਾਂ ਲੋਕੀ ਇਹ ਵੀ ਮਜ਼ਾਕ ਉਡਾਉਂਦੇ ਕਿ ਯੂਨਾਈਟਿਡ ਸਾਈਕਲ ਪਾਰਟ ਨਹੀਂ ਅਨਯੂਨਾਈਟਿਡ ਸਾਈਕਲ ਪਾਰਟ ਨਾਮ ਰੱਖੋ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮਾਈਕਰੋ ਕਲਸਟਰ ਬਣਾ ਲਓਗੇ ਇਹ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਤਾਂ ਨਹੀਂ ਹੈ ਸਰ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਤਾਂ ਨਹੀਂ ਹੈ ਦੇਖੋ ਐਸੀ ਗੱਲ ਹੀ ਅਸੀਂ ਯੂਥ ਅੱਗੇ ਆਏ ਹਾਂ ਸਾਡੀ ਸੋਚ ਤਾਂ ਹੀ ਹੈ ਤੁਸੀਂ ਦੇਖ ਰਹੇ ਹੋਗੇ ਕਿ ਯੂਥ ਯੰਗ ਟੀਮ ਆਈ ਹੈ ਇਸ ਵਾਰੀ ਸਾਡੀ ਯੰਗ ਟੀਮ ਦਾ ਆਹੀ ਇੱਕ ਉਪਰਾਲਾ ਹੈ ਕਿ ਬਜਾਏ ਕਿ ਅਸੀਂ ਸਿਰਫ ਗੱਲਾਂ ਦੇ ਵਿੱਚ ਹੀ 2 ਸਾਲ ਕੱਢ ਦਈਏ ਜਿਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਇਸ਼ੂਜ਼ ਹੀ ਰਹਿੰਦੇ ਆ ਪ੍ਰੋਬਲਮਸ ਹੀ ਰਹਿੰਦੀ ਹੈ ਸਾਡੀ ਆਹੀ ਸੋਚ ਹੈ ਕਿ ਇਸ ਵਾਰੀ ਇੱਕ ਨਵੀਂ ਟੀਮ ਦੇ ਨਾਲ ਕੰਮ ਕਰਕੇ ਦਿਖਾਈਏ ਕੰਮ ਹੋਣਗੇ ਲੋਕੀ ਆਪਣੇ ਆਪ ਜੁੜਨਗੇ ਔਰ ਇੰਡਸਟਰੀ ਨੂੰ ਅਪਗ੍ਰੇਡ ਕਰਨ ਦੀ ਸੰਦੀਪ ਜੀ ਇਸ ਵੇਲੇ ਬਹੁਤ ਜ਼ਿਆਦਾ ਲੋੜ ਹੈ ਅਸੀਂ ਚਾਈਨਾ ਨੰਬਰ 1 ਇੰਡੀਆ ਨੰਬਰ 2 ਗਿਣਦੇ ਪਰ ਇਹਨਾਂ ਦਾ ਗੈਪ ਦੇਖਣਾ ਚਾਹੀਦਾ ਕਿੱਡਾ ਹਿਊਜ ਹੈ ਔਰ ਸਾਡੀ ਕੈਪੇਬਿਲਿਟੀਜ਼ ਨੰਬਰ 1 ਬਣਨ ਦੀ ਵੀ ਹੈ ਸਿਰਫ ਇੱਕ ਸਹੀ ਦਿਸ਼ਾ ਸਹੀ ਡਾਇਰੈਕਸ਼ਨ ਦੇ ਵਿੱਚ ਜਾਣ ਦੀ ਲੋੜ ਹੈ ਉਹ ਤਾਂ ਸਰ ਹਰ ਵਾਰੀ ਪਿਛਲੇ ਜਿੰਨੇ ਮੇਰੇ ਖਿਆਲ 15 ਸਾਲ ਤਾਂ ਮੈਨੂੰ ਹੀ ਕਵਰੇਜ ਕਰਦੇ ਹੋ ਗਏ ਯੂਨਾਈਟਿਡ ਸਾਈਕਲ ਪਾਰਟ ਦੇ ਜਿਹੜਾ ਪ੍ਰਧਾਨ ਬੰਦਾ ਹੈ ਉਹ ਚੱਕ ਕੇ ਹੀ ਕਹਿ ਦਿੰਦਾ ਸਰਕਾਰ ਨੇ ਸਾਨੂੰ ਫੰਡ ਨਹੀਂ ਦਿੱਤਾ ਟੈਕਨੋਲੋਜੀ ਅਪਗ੍ਰੇਡੇਸ਼ਨ ਫੰਡ ਨਹੀਂ ਮਿਲਿਆ ਅਤੇ ਉਹੀ ਬਸ ਰੋਣਾ ਰੋਂਦੇ ਰਹਿੰਦੇ ਅਤੇ ਇੰਡਸਟਰੀ ਜੇ 15 ਸਾਲ ਪਹਿਲਾਂ 1.5 ਕਰੋੜ ਸਾਈਕਲ ਬਣਾਉਂਦੀ ਸੀ ਅੱਜ 1 ਕਰੋੜ 70 ਬਣਾਉਂਦੀ ਹੋਗੀ ਉਹ ਵੀ ਪਤਾ ਨਹੀਂ ਬਣਾਉਂਦੀ ਹੈ ਕਿ ਨਹੀਂ ਬਣਾਉਂਦੀ 1.5 ਕਰੋੜ ਤੇ ਹੀ ਹੋਵੇ ਆਪਣੀ ਇੱਜ਼ਤ ਬਚਾਉਣ ਲਈ ਨਾ 170 ਕਹਿੰਦੇ ਹੋ ਨਹੀਂ ਸਰ ਇੱਦਾਂ ਦੀ ਕੋਈ ਗੱਲ ਨਹੀਂ 170 ਤੇ ਅਸੀਂ ਪਹੁੰਚ ਗਏ ਹਾਂ ਪਰ 170 ਵੀ ਕੋਈ ਫਿਗਰ ਨਹੀਂ ਹੈ ਮੈਂ ਇਹਨੂੰ ਬੜਾ ਹੀ ਜਿੱਥੇ ਤੱਕ ਪਹੁੰਚ ਗਿਆ ਉਹ ਦੱਸ ਦਿਓ ਨਾ 5 ਕਰੋੜ ਤੋਂ 20 ਕਰੋੜ ਸਰ ਤੁਹਾਨੂੰ ਪਤਾ ਹੀ ਹੈ 5 ਕਰੋੜ ਤੋਂ 20 ਕਰੋੜ ਤੇ ਆ ਗਏ ਅਸੀਂ 1.5 ਤੋਂ 170 ਜਿੱਦਾਂ ਤੁਸੀਂ ਕਹਿ ਰਹੇ ਹੋ ਦੇਖੋ ਆ ਇੱਕ ਬੜਾ ਡਾਊਨਫਾਲ ਹੈ ਸਾਡੇ ਲਈ ਆਹੀ ਚੀਜ਼ਾਂ ਨੂੰ ਅਪਗ੍ਰੇਡ ਕਰਨ ਲਈ ਮੈਨੂੰ ਫਾਈਨੈਂਸ ਦੀ ਡਿਊਟੀ ਮਿਲੀ ਹੈ ਕਿਉਂਕਿ ਹਰ ਕੰਮ ਫਾਈਨੈਂਸ ਤੋਂ ਸ਼ੁਰੂ ਹੋਣਾ ਹੈ ਜਦ ਤੱਕ ਅਸੀਂ ਫਾਈਨੈਂਸ ਦੇ ਵਿੱਚ ਇੱਕ ਨਵੀਂ ਸੋਚ ਨਵੀਂ ਅਪਰੋਚ ਫੰਡਸ ਡਿਵੈਲਪਮੈਂਟ ਫੰਡ ਨੂੰ ਅਰੇਂਜ ਕਰਵਾਉਣ ਦੇ ਸਿਸਟਮ ਬਹੁਤ ਸਿਸਟਮਸ ਹੈ ਸਰ ਪਹਿਲੀ ਗੱਲ ਤਾਂ ਅਸੀਂ ਐਡਵਰਟਾਈਜ਼ਮੈਂਟ ਪੋਰਟਲਸ ਵੀ ਕਰ ਸਕਦੇ ਹਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਪਰ ਉਹਦੇ ਲਈ ਕੰਮ ਕਰਨਾ ਪੈਣਾ ਹੈ ਪਰ ਸਰ ਉਹ ਕੰਮ ਕਰਨ ਲਈ ਯੂਨਾਈਟ ਰਹਿਣਾ ਬਹੁਤ ਜ਼ਰੂਰੀ ਹੈ ਤੁਹਾਡੇ ਤੇ ਬਾਰ-ਬਾਰ ਕੁਐਸਚਨ ਆ ਰਿਹਾ ਯੂਨਾਈਟਿਡ ਫਰੰਟ ਨਾਮ ਰੱਖਣ ਨਾਲ ਕੁਝ ਨਹੀਂ ਹੋਣਾ ਤੁਹਾਡੀ ਗੱਲ ਹੀ ਨਹੀਂ ਕਰ ਰਿਹਾ ਹਰ ਲੈਵਲ ਤੇ ਦੇਖ ਲਓ ਲੋਕੀ ਕਹਿੰਦੇ ਕਿ ਜਿੱਤਣ ਤੋਂ ਬਾਅਦ ਇਕੱਠੇ ਨਹੀਂ ਰਹਿੰਦੇ ਵਿਚਾਰਧਾਰਾ ਆਪਣੀ ਆਪਣੀ ਚੇਂਜ ਹੋ ਜਾਂਦੀ ਹੈ ਉਸ ਤੋਂ ਬਾਅਦ ਸੰਦੀਪ ਜੀ ਅਗਰ ਮੈਂ ਗਲਤ ਨਹੀਂ ਹਾਂ ਤੁਸੀਂ ਦੇਖਿਆ ਹੋਊਗਾ ਹਰ ਲੜਾਈ ਦੀ ਜਾਂ ਹਰ ਇੱਕ ਮੁੱਦੇ ਦੀ ਜੜ ਕੁਛ ਨਾ ਕੋਈ ਅਸੀਂ ਨਹੀਂ ਹੁਣ ਤਾਂ ਮੈਂਬਰਾਂ ਨੇ ਵੀ ਦੇਖ ਲਿਆ ਹਾਂ ਸਰ ਤੁਸੀਂ ਦੇਖਿਆ ਹੀ ਹੈ ਉਹ ਤਾਂ ਬੜੀ ਨਿੰਦਾ ਹੈ ਜੀ ਉਸ ਗੱਲ ਦੀ ਉਹ ਕੰਮ ਤਾਂ ਨਹੀਂ ਹੋਣਾ ਚਾਹੀਦਾ ਸੀਗਾ ਸ਼ਾਇਦ ਅਸੀਂ ਯੂਥ ਵੀ ਪਰ ਪਹਿਲੀ ਵਾਰੀ ਥੋੜੀ ਹੋਇਆ ਪਹਿਲਾਂ ਵੀ ਤਾਂ ਹੋਇਆ
ਨਹੀਂ ਸਰ, ਉਹ ਮੈਂ ਗੱਲ ਨੂੰ ਮੰਨਦਾ ਤੁਹਾਡੀ। ਅਸੀਂ ਸ਼ਾਇਦ ਯੂਥ ਉਸ ਗੱਲ ਦੀ ਨਿੰਦਾ ਕਰਦੇ ਹੀ ਅੱਗੇ ਆਏ ਜੀ। ਮੈਂ ਔਰ ਮੇਰੇ ਦੋਸਤਾਂ ਨੇ ਜਿਹੜਾ ਇੱਕ ਸਟੈਪ ਲਿਆ ਹੈ ਕਿ ਅਸੀਂ ਆਪਣਾ ਉਸ ਗੱਲ ਦੀ ਨਿੰਦਾ ਕਰਕੇ ਅੱਗੇ ਆਈਏ। ਅਸੀਂ ਤਾਂ ਹੀ ਅੱਗੇ ਆਏ ਹਾਂ। ਔਰ ਮਤਲਬ ਤੁਸੀਂ ਦੇਖ ਰਹੇ ਹੋ ਹਰ ਵਾਰੀ ਫਾਈਨੈਂਸ ਨੂੰ ਲੈ ਕੇ ਹੀ ਇਹਨਾਂ ਦੇ ਆਪਸ ਦੇ ਵਿੱਚ ਕੁਝ ਮਿਸਅੰਡਰਸਟੈਂਡਿੰਗਸ ਹੋ ਜਾਂਦੀ। ਮੈਂ ਤਾਂ ਮਿਸਅੰਡਰਸਟੈਂਡਿੰਗਸ ਹੀ ਕਹੂੰਗਾ ਜੀ। ਮੈਂ ਇਹੀ ਪੁੱਛਣਾ ਚਾਹੁੰਦਾ ਸਰ ਕਿ ਕੱਲ ਨੂੰ ਤੁਸੀਂ ਮੈਂਬਰਸ ਤੁਹਾਨੂੰ ਮੌਕਾ ਦੇ ਦਿੰਦੇ ਆ ਔਰ ਮੌਕਾ ਦੇਣ ਤੋਂ ਬਾਅਦ ਤੁਸੀਂ ਕਹਿੰਦੇ ਹੋ ਮੈਂ ਫਾਈਨਾਂਸ ਟਰਾਂਸਪੇਰੈਂਟ ਰੱਖਣਾ ਔਰ ਪ੍ਰਧਾਨ ਤੇ ਜਨਰਲ ਸੈਕਟਰੀ ਉਹ ਕਹਿ ਦੇਣ ਕਿ ਨਹੀਂ ਜੀ ਵਰੁਣ ਜੀ ਇਹ ਤਾਂ ਹੋਣਾ ਹੀ ਨਹੀਂ, ਤੇ ਤੁਸੀਂ ਮੈਂਬਰਸ ਨਾਲ ਕੀਤੇ ਵਾਅਦੇ ਨੂੰ ਯਾਦ ਰੱਖੋਗੇ ਜਾਂ ਉਸ ਦਿਨ ਪ੍ਰਧਾਨ ਤੇ ਜਨਰਲ ਸੈਕਟਰੀ ਜਾਂ ਹੋਰ ਵੀ ABCD ਡੈਜ਼ਿਗਨੇਸ਼ਨ ਦੇ ਨਾਲ ਮਿਲ ਕੇ ਉੱਦਾਂ ਦਾ ਰੋਲ ਅਦਾ ਕਰੋਗੇ? ਸਰ ਮੇਰਾ ਇੱਕ ਸਾਰੇ ਮੈਂਬਰਾਂ ਨੂੰ ਪ੍ਰੋਮਿਸ ਹੈ, ਐਵਰੀ ਮੰਥ ਹਰ ਮਹੀਨੇ ਦੀ 30 ਤਰੀਕ 31 ਤਰੀਕ ਜੋ ਵੀ ਐਂਡ ਦੀ ਤਰੀਕ ਹੋਏਗੀ ਉਸ ਡੇਟ ਨੂੰ ਇਨਕਮ ਐਂਡ ਐਕਸਪੈਂਡੀਚਰ ਜੋ ਸਾਡੀ ਕਮਾਈ ਹੈ ਔਰ ਜੋ ਸਾਡਾ ਖਰਚਾ ਹੈ ਮੈਂ ਆਪਣੇ ਮੈਂਬਰਸ ਨੂੰ WhatsApp ਦੇ ਰਾਹੀਂ ਜਾਂ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਤੇ ਮੈਂ ਉਹਨਾਂ ਤੱਕ ਪਹੁੰਚਦਾ ਕਰੂੰਗਾ। ਅਗਰ ਔਰ ਮੈਂ ਅਪੀਲ ਕਰੂੰਗਾ ਮੈਂਬਰਸ ਨੂੰ ਕਿ ਅਗਰ ਕਿਸੇ ਨੂੰ ਵੀ ਐਵਰੀ ਮੰਥ, ਮੈਂ 24 ਮਹੀਨੇ ਬਾਅਦ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਅਮੂਮਨ 24 ਮਹੀਨੇ ਬਾਅਦ ਇਹ ਚੀਜ਼ਾਂ ਬਾਹਰ ਆਉਂਦੀਆਂ, ਉਦੋਂ ਆਬਜੈਕਸ਼ਨਸ ਹੁੰਦੀਆਂ, ਅੱਧੀਆਂ ਚੀਜ਼ਾਂ ਦੇ ਭੁੱਲ ਜਾਂਦੇ ਕੀ ਹੋਇਆ ਹੈ। ਮੈਂ ਐਵਰੀ ਮੰਥ ਉਹਨਾਂ ਦੇ ਸਾਹਮਣੇ ਰੱਖੂੰਗਾ ਔਰ ਉਹਨਾਂ ਨੂੰ ਪੁੱਛੂੰਗਾ ਜੀ ਜੇ ਇਹ 'ਚ ਤੁਹਾਨੂੰ ਕੋਈ ਵੀ ਡਾਊਟ ਹੈ, ਕੋਈ ਵੀ ਪ੍ਰੋਬਲਮ ਹੈ, ਸਾਹਮਣੇ ਆ ਕੇ ਗੱਲ ਕਰੋ। ਉਹ ਕਿਉਂਕਿ ਸੰਦੀਪ ਜੀ ਇਹ ਬੜੀ ਕਲੀਅਰ ਗੱਲ ਹੈ, ਆ ਲੋਕਾਂ ਦਾ ਪੈਸਾ ਹੈ ਔਰ ਲੋਕਾਂ ਦਾ ਪੈਸਾ ਲੋਕਾਂ ਦੇ ਸਾਹਮਣੇ ਟਰਾਂਸਪੇਰੈਂਸੀ ਨਾਲ ਖਰਚ ਹੋਏਗਾ। ਉਹ ਮੇਰਾ ਇੱਕ ਪ੍ਰੋਮਿਸ ਹੈ ਪੂਰੀ ਇੰਡਸਟਰੀ ਨਾਲ। ਚਾਹੇ ਕੋਈ ਵੀ ਟੀਮ ਬਣੇ, ਮੈਂ ਤਾਂ ਚਾਹੂੰਗਾ ਕਿ ਸਾਡੀ ਟੀਮ ਅੱਛੀ ਟੀਮ ਸਾਹਮਣੇ ਆਏ, ਪਰ ਜੇ ਪਰਮਾਤਮਾ ਨੇ ਮੌਕਾ ਦਿੱਤਾ ਮੈਂ ਹਮੇਸ਼ਾ ਹੀ ਟਰਾਂਸਪੇਰੈਂਸੀ ਦੇ ਨਾਲ ਕੰਮ ਕਰੂੰਗਾ। ਵਰੁਣ ਜੀ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰ ਰਹੇ ਹੋ ਕਿ ਇਸ ਚੁਣਾਵ ਨੂੰ ਲੜਨ ਲਈ ਯੂਨਾਈਟਿਡ ਸਾਈਕਲ ਪਾਰਟ ਦਾ ਚੁਣਾਵ ਕੋਈ ਬਾਲਾ ਜੀ ਦਾ ਖਹਿੜਾ ਨਹੀਂ ਹੈ ਕਿ ਆਪਾਂ ਗਏ ਦਿਲ 'ਚ ਖੁਆਬ ਆਇਆ ਤੇ ਜਾ ਕੇ ਬਹਿ ਗਏ। ਬਹੁਤ ਮਿਹਨਤ ਕਰਨੀ ਪੈਂਦੀ ਹੈ। ਕੀ ਪਹਿਲਾਂ ਕਦੀ ਕੋਈ ਇਲੈਕਸ਼ਨ ਲੜਿਆ ਜਾਂ ਕੀ ਤੁਹਾਡਾ ਪੋਰਟਫੋਲੀਓ ਕੀ ਅਨੁਭਵ ਹੈਗਾ ਕਿਸੇ ਤਰੀਕੇ ਦਾ? ਸਰ ਪਹਿਲਾਂ ਤਾਂ ਮੈਂ ਆਪਣਾ ਪੋਰਟਫੋਲੀਓ ਦੱਸਣਾ ਚਾਹੂੰਗਾ। ਮੈਂ ਰੈਮਸਨ ਐਕਸਪੋਰਟਸ ਦਾ ਓਨਰ ਹਾਂ ਜੀ। ਮੇਰੇ ਫਾਦਰ ਦੇ ਨਾਮ ਤੇ ਰੈਮਸਨ ਇੰਡਸਟਰੀ, ਬ੍ਰਦਰ ਮੇਰਾ ਰੈਮਸਨ ਇੰਟਰਨੈਸ਼ਨਲ। ਅਸੀਂ ਕੰਪਲੀਟ ਬਾਈਸਾਈਕਲਸ ਪੈਡਲਸ ਬਣਾਉਂਦੇ ਹਾਂ ਜੀ। ਔਰ ਮੇਰੇ ਆਪਣੇ ਅਫਰੀਕਾ ਦੇ ਵਿੱਚ ਯੂਨਾਈਟਿਡ ਕਲੱਬ ਮਤਲਬ ਕਿਸੇ ਕੋ ਪਾਰਟਨਰਸ ਦੇ ਨਾਲ 4 ਆਫਿਸਿਸ ਹੈਗੇ ਆ 4 ਕੰਟਰੀਆਂ ਦੇ ਵਿੱਚ, ਉੱਥੇ ਆਲਰੇਡੀ ਕਰ ਰਹੇ ਹਾਂ। ਔਰ ਆਰਗੇਨਾਈਜੇਸ਼ਨਸ ਦੀ ਕਹਿ ਲਓ ਮੈਨੂੰ ਅਨੁਭਵ ਇੱਕ ਬਹੁਤ ਐਸਟੀਮ ਕਲੱਬ ਹੈ ਲੋਧੀ ਕਲੱਬ। ਮੈਂ ਉੱਥੇ 2 ਸਾਲ ਜੁਆਇੰਟ ਸੈਕਟਰੀ ਲਿਆ ਔਰ ਮੇਰੇ ਮੈਂਬਰਸ ਨੂੰ ਪੁੱਛਿਆ ਜਾ ਸਕਦਾ ਹੈ ਕਿ ਮੈਂ ਉੱਧਰ ਕਿੱਦਾਂ ਡਿਵੈਲਪਮੈਂਟ ਕਰਾਈ ਹੈ ਔਰ ਮੈਂ 2 ਸਾਲ ਉੱਧਰ ਆਪਣੇ ਪੂਰੇ ਮਨ ਨਾਲ ਕੰਮ ਕਰਕੇ ਦਿਖਾਇਆ ਸੀਗਾ ਜੀ। ਸਰ ਮੈਂ ਉੱਧਰ ਜੁਆਇੰਟ ਸੈਕਟਰੀ ਸੀਗਾ ਜੀ ਐਂਡ 2019 ਤੋਂ ਲੈ ਕੇ 2021 ਆਈ ਵਾਸ ਦੀ ਜੁਆਇੰਟ ਸੈਕਟਰੀ ਓਵਰ ਦੇਅਰ। ਸਰ ਕੁਝ ਆਖਰੀ 'ਚ ਕੁਝ ਮੈਂਬਰਾਂ ਨੂੰ ਅਪੀਲ ਕਰਨਾ ਚਾਹੋਗੇ? ਸਰ ਮੈਂ ਅਪੀਲ ਆਹੀ ਕਰੂੰਗਾ ਜੀ, ਮੈਂ ਰਿਕੁਐਸਟ ਕਰ ਰਿਹਾ ਆਪਾਂ ਕੁਝ ਚੇਂਜ ਲਿਆਈਏ ਬਈ ਟਰਾਂਸਪੇਰੈਂਸੀ ਲਈ ਔਰ ਕੁਝ ਬੈਟਰਮੈਂਟ ਲਈ। ਮੇਰੇ ਕੋਲ ਬਹੁਤ ਸਟ੍ਰੈਟਜੀਜ਼ ਔਰ ਬਹੁਤ ਆਈਡੀयाज़ ਨੇ ਤੇ मेरी हम्बल रिक्वेस्ट है जी प्लीज़ साथ दो एंड आई एम श्योर कि आपकी एक एक वोट को मैं काउंट करवाऊंगा अगले 2 साल में। थैंक यू सर। थैंक यू जी। ਸੋ ਦੋਸਤੋ ਇਹ ਸੀਗੇ ਸਾਡੇ ਵਰੁਣ ਕਪੂਰ ਜੀ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਵੀ ਮੈਨੂੰ ਵੋਟ ਪਾਏਗਾ ਇੱਕ ਇੱਕ ਬੰਦੇ ਨੂੰ ਖੂਨ ਦੇ ਆਂਸੂ ਮਤਲਬ ਵੋਟ ਦੇ ਪੂਰਾ ਕ੍ਰੈਡਿਟ ਦਊਂਗਾ। ਸੋ ਇਹ ਸੀਗੇ ਸਾਡੇ ਵਰੁਣ ਕਪੂਰ ਜੀ। ਜੇ ਤੁਹਾਨੂੰ ਲੱਗੇ ਕਿ ਇਹਨਾਂ ਦੀ ਗੱਲ 'ਚ ਕੋਈ ਦਮ ਹੈ, ਇਹਨਾਂ ਦੇ ਜਜ਼ਬੇ 'ਚ ਕੋਈ ਦਮ ਹੈ ਔਰ ਇਹਨਾਂ ਦੇ ਵਿਜ਼ਨ 'ਚ ਕੁਝ ਦਮ ਹੈ ਤਾਂ ਇਹਨਾਂ ਦਾ ਜੋ ਵਿਜ਼ਨ ਸੀ ਅਸੀਂ ਮੈਂਬਰਾਂ ਤੱਕ ਪਹੁੰਚਾਇਆ। ਇੱਦਾਂ ਹੀ ਵੱਖ-ਵੱਖ ਹੋਰ ਵੀ ਜਿਹੜੇ ਪ੍ਰਤਿਆਸ਼ੀ ਉਹਨਾਂ ਦਾ ਵਿਜ਼ਨ ਵੀ ਤੁਹਾਡੇ ਤੱਕ ਜ਼ਰੂਰ ਰੱਖਾਂਗੇ। ਸਾਡੀ ਇੱਕੋ ਹੀ ਅਪੀਲ ਹੈ ਜਨ ਹਿਤੈਸ਼ੀ ਦੀ ਕਿ ਸਾਰੇ ਮੈਂਬਰਾਂ ਨੂੰ ਵੋਟ ਆਪਣੀ ਸੂਝ-ਬੂਝ ਨਾਲ ਪਾਓ। ਜ਼ਰੂਰੀ ਨਹੀਂ ਵਰੁਣ ਕਪੂਰ ਜੀ ਨੂੰ ਹੀ ਪਾਉਣਾ, ਹੋ ਸਕਦਾ ਸਾਹਮਣੇ ਵਾਲਾ ਕੈਂਡੀਡੇਟ ਅੱਛਾ ਹੈ, ਉਹਦਾ ਵਿਜ਼ਨ ਅੱਛਾ ਤਾਂ ਉਹਨੂੰ ਪਾਓ। ਅਸੀਂ ਜਨ ਹਿਤੈਸ਼ੀ ਟੀਮ ਨੇ ਇੱਕ ਏਜੰਡਾ ਲਿੱਤਾ ਕਿ ਇੰਡਸਟਰੀ ਦੀ ਬਿਹਤਰੀ ਲਈ ਉਸ ਸ਼ਖਸੀਅਤਾਂ ਦਾ ਵਿਜ਼ਨ ਤੁਹਾਡੇ ਤੱਕ ਪਹੁੰਚਾਈਏ ਮੈਂਬਰਾਂ ਤੱਕ, ਤਾਂ ਕਿ ਜੇ ਕਿਸੇ ਦੇ ਦਿਲ 'ਚ ਕੋਈ ਕੁਐਸਚਨ ਆ ਉਹ ਨਹੀਂ ਪੁੱਛ ਸਕਦਾ ਤੇ ਉਹਦੇ ਤੱਕ ਉਹਨਾਂ ਦਾ ਵਿਜ਼ਨ ਪਹੁੰਚੇ ਔਰ ਕੁੱਲ ਮਿਲਾ ਕੇ ਇੰਡਸਟਰੀ ਦੀ ਗਰੋਥ ਹੋਵੇ। ਇਹ ਸੀ ਸਾਡਾ ਏਜੰਡਾ। ਵੱਖ-ਵੱਖ ਸ਼ਖਸੀਅਤਾਂ ਨਾਲ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ। ਦੇਖते रहो, बने रहो जन हितैषी। धन्यवाद। जन हितैषी, जन जन की बात, जन हितैषी के साथ।